जिन तृण धर मूंड बुलाए। हमरो करता राम स्नेही, काहे रे नर गर्भ करत हो। बिन सजाए झूठी देही। रहाओ। मेरी मेरी कैरों करते, दुर्योधन से भाई। 12 जोजन शत्रु चलै था, देही गिरजन खाई। सर्व सोयन की लंका होती, रावण से अधिकाई। कहाँ भयो दर बांधे हाथी, खिन मह पई पराई। दुर्वासा स्यों करत ठगौरी, जादव ए फल पाए। कृपा करी जन अपने ऊपर, नाम देओ हर गुण गाए। दुर्वासा स्यों करत ठगौरी, जादव ही फल पाए। कृपा करी जन अपने ऊपर, नाम देओ हर गुण गाए। वाहिगुरु जी का खालसा, वाहिगुरु जी की फतेह। धन धन साहिब महाराज श्री गुरु ग्रंथ साहिब जी ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ 692 ਅੰਕ ਤੋਂ ਆਰੰਭ ਹੋ ਕੇ 693 ਤੇ ਸੰਪੂਰਨ ਹੈ। ਧਨਾਸਰੀ ਰਾਗ ਹੈ। ਬਾਣੀ ਭਗਤ ਨਾਮਦੇਵ ਜੀ ਕੀ। ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਪਹਿਲੋਂ ਅਕਾਲ ਪੁਰਖ ਦਾ ਮੰਗਲ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਓਂ ਪ੍ਰਕਾਸ਼ਕ ਹੈ, ਕਾਰ ਇੱਕ ਰਸ ਹੈ। ਉਹਦਾ ਹੁਕਮ ਇੱਕ ਹੈ। ਸਾਰੇ ਸੰਸਾਰ ਨੂੰ ਇੱਕ ਹੁਕਮ ਦੇ ਵਿੱਚ ਉਸਨੇ ਪਰੋ ਕੇ ਰੱਖਿਆ ਹੋਇਆ ਹੈ। ਉਸ ਦਾ ਗਿਆਨ ਸੱਤ ਹੈ। ਉਸ ਦੇ ਗਿਆਨ ਦੀ ਜੋ ਪ੍ਰਾਪਤੀ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਹੁੰਦੀ ਹੈ। ਸੱਤ ਤਿੱਕਰ ਗੁਰੂ ਦੇ ਗਿਆਨ ਦੁਆਰਾ ਹੀ ਪਹੁੰਚਿਆ ਜਾ ਸਕਦਾ ਹੈ। ਸ਼ਬਦ ਆਰੰਭ ਕਰਦੇ ਨੇ, ਗਹਿਰੀ ਕਰ ਕਾ ਨੀਵ ਖੁਦਾਈ, ਉਪਰ ਮੰਡਪ ਛਾਏ। ਮਨੁੱਖ ਦਾ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਸੁਪਨਾ ਹੁੰਦਾ ਕਿ ਮੇਰਾ ਆਪਣਾ ਘਰ ਹੋਵੇ। ਹਰੇਕ ਦਾ ਜਦੋਂ ਮਕਾਨ ਬਣਾਉਂਦਾ ਉਹ ਕਹਿੰਦਾ ਮਜ਼ਬੂਤ ਹੋਵੇ, ਡੂੰਘੀਆਂ ਨੀਆਂ ਪੁੱਟਦਾ ਅਤੇ ਮਜ਼ਬੂਤੀ ਦੇ ਨਾਲ ਘਰ ਬਣਾਉਂਦਾ ਹੈ। ਸਮਰੱਥਾ ਦੇ ਮੁਤਾਬਕ ਜਿੰਨੀ ਜਿੰਨੀ ਕੋਈ ਸਮਰੱਥਾ ਦਾ ਮਾਲਕ ਹੈ ਉਸ ਅਨੁਸਾਰ ਆਪਣਾ ਮਕਾਨ ਬਣਾਉਂਦਾ। ਰਾਜੇ ਮਹਾਰਾਜੇ ਕਿਲ੍ਹਿਆਂ ਦੀ ਉਸਾਰੀ ਕਰਦੇ ਨੇ, ਡੂੰਘੀਆਂ ਨੀਆਂ ਪੁੱਟਦੇ ਨੇ, ਉੱਚੀਆਂ ਉੱਚੀਆਂ ਦੀਵਾਰਾਂ ਖੜ੍ਹੀਆਂ ਕਰਦੇ ਨੇ। ਕਿਲ੍ਹਿਆਂ ਦੇ ਵਿੱਚ ਆਪਣੇ ਮਹਿਲ ਡੂੰਘੀਆਂ ਨੀਆਂ ਪੁੱਟ ਕੇ ਅਤੇ ਉੱਚੇ ਉੱਚੇ ਮਹਿਲ ਬਣਾਉਂਦੇ ਨੇ। ਉੱਪਰ ਮੰਡਪ ਛਾਏ, ਮਹਿਲ ਮਾੜੀਆਂ ਬਣਾਉਣੀਆਂ ਡੂੰਘੀਆਂ ਨੀਆਂ ਪੁੱਟ ਪੁੱਟ ਕੇ। ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਰ ਮੂੰਡ ਬੁਲਾ। ਇੱਕ ਮਾਰਕੰਡਾ ਰਿਸ਼ੀ ਹੋਇਆ ਜਿਸ ਨੂੰ ਚਰਨਜੀਵੀ ਮੰਨਿਆ ਗਿਆ।
ਪਰ ਉਹਨੇ ਆਪਣੀ ਸਾਰੀ ਜ਼ਿੰਦਗੀ ਆਪਣੇ ਰਹਿਣ ਵਾਸਤੇ ਕੋਈ ਮਕਾਨ ਨਹੀਂ ਬਣਾਇਆ। ਤ੍ਰਿਣ ਧਰ ਮੂੰਡ ਬੁਲਾਏ, ਬੁਲਾਏ ਹੁੰਦਾ ਉਮਰ ਬਤੀਤ ਕੀਤੀ। ਤ੍ਰਿਣ ਧਰ ਸਿਰ ਦੇ ਉੱਤੇ ਕੱਖ ਘਾਹ ਆਦਿਕ ਰੱਖ ਕੇ ਉਹਨੇ ਕੋਈ ਰਹਿਣ ਵਾਸਤੇ ਕੋਈ ਕੁੱਲੀ ਤੱਕ ਨਹੀਂ ਬਣਾਈ। ਬਸ ਦਰੱਖਤਾਂ ਦੇ ਥੱਲੇ ਆਪਣੀ ਸਾਰੀ ਜ਼ਿੰਦਗੀ ਉਸਨੇ ਕੱਟੀ ਹੈ। ਮਾਰਕੰਡਾ ਰਿਸ਼ੀ ਜਿਹੜਾ ਆ ਹਿੰਦੂ ਧਰਮ ਦੇ ਵਿੱਚ ਬੜਾ ਮਸ਼ਹੂਰ ਹੈ ਅਤੇ ਉਸਨੂੰ ਬਹੁਤ ਜ਼ਿਆਦਾ ਮਾਣ ਸਤਿਕਾਰ ਇਹ ਦਿੰਦੇ ਆ ਵੀ ਉਹਨੇ ਤਾਂ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਸੋ ਉਹਨੇ ਕੋਈ ਮਹਿਲ ਨਹੀਂ ਬਣਾਇਆ, ਕੋਈ ਰਹਿਣ ਵਾਸਤੇ ਕੁੱਲੀ ਤੱਕ ਨਹੀਂ ਬਣਾਈ। ਉਹਨੇ ਆਪਣੀ ਸਾਰੀ ਜ਼ਿੰਦਗੀ ਦਰੱਖਤਾਂ ਦੇ ਥੱਲੇ ਹੀ ਕੱਟ ਲਈ। ਅਤੇ ਤੁਸੀਂ ਦੇਖ ਲਓ ਕਿੱਡੇ ਕਿੱਡੇ ਵੱਡੇ ਮਹਿਲ ਉਸਾੜਦੇ ਪਏ, ਮਹਿਲ ਮਾੜੀਆਂ ਉਸਾੜਦੇ ਪਏ ਹੋ। ਮਾਰਕੰਡੇ ਤੇ ਕੋ ਅਧਿਕਾਈ, ਮਾਰਕੰਡਾ ਰਿਸ਼ੀ ਉਹਦੇ ਤੋਂ ਬਲ ਵਾਲਾ ਜਾਂ ਉਹਦੇ ਤੋਂ ਲੰਬੀ ਉਮਰ ਵਾਲਾ ਹੋਰ ਕਿਹੜਾ ਹੋ ਸਕਦਾ, ਇਹਨੇ ਸਾਰੀ ਜ਼ਿੰਦਗੀ ਉਹਨੇ ਆਪਣੀ ਕੁੱਲੀ ਤੱਕ ਨਹੀਂ ਸੀ ਕਹਿੰਦੇ ਬਣਾਈ। ਉਹ ਸਮਝ ਚੁੱਕਾ ਸੀ। ਗੁਰੂ ਅੰਗਦ ਦੇਵ ਜੀ ਜਿੱਦਾਂ ਕਹਿੰਦੇ, ਜਿੰਨੀ ਚੱਲਣ ਜਾਣਿਆ ਸਿਉਂ ਕਿਉਂ ਕਰੇ ਵਿਥਾਰ। ਜਿਹੜੇ ਇਸ ਗੱਲ ਨੂੰ ਜਾਣ ਗਏ ਨਾ ਵੀ ਅਸੀਂ ਇੱਥੋਂ ਜਾਣਾ, ਚੱਲੇ ਜਾਣਾ, ਉਹ ਕਦੀ ਪਸਾਰਾ ਨਹੀਂ ਪਸਾਰਦੇ। ਉਹ ਪਸਾਰਾ ਨਹੀਂ ਪਸਾਰਦੇ, ਉਹ ਸਿਰਫ ਬੰਦਗੀ ਕਰਨ 'ਤੇ ਸਮਾਂ ਆਪਣਾ ਬਤੀਤ ਕਰਦੇ ਨੇ। ਚੱਲਣ ਸਾਰ ਨਾ ਜਾਣੀ ਸੋ ਕਾਜ ਸਵਾਰਨਹਾਰ। ਜਿਨ੍ਹਾਂ ਨੂੰ ਇਹ ਗੱਲ ਸਮਝ ਵਿੱਚ ਨਹੀਂ ਆਈ ਅਜੇ ਤੱਕ ਵੀ ਅਸੀਂ ਨਹੀਂ ਰਹਿਣਾ ਅਤੇ ਨਾਲ ਕੁਝ ਨਹੀਂ ਲੈ ਕੇ ਜਾਣਾ, ਉਹ ਫਿਰ ਸੰਸਾਰਕ ਪਾਸੇ ਵੱਲ ਧਿਆਨ ਦਿੰਦੇ ਨੇ। ਸੰਸਾਰਕ ਖਿਲਾਰੇ ਬੜੇ ਉਹ ਖਿਲਾਰ ਲੈਂਦੇ ਨੇ। ਰਾਜਿਆਂ ਮਹਾਰਾਜਿਆਂ ਨੇ ਇੰਝੇ ਕੀਤਾ ਨਾ। ਸੋ ਪਸਾਰੇ ਬੜੇ ਪਸਾਰ ਲੈ, ਜਦੋਂ ਗਏ ਹੈ ਖਾਲੀ ਹੱਥ ਗਏ, ਕੁਝ ਵੀ ਨਾਲ ਲੈ ਕੇ ਨਹੀਂ ਗਏ। ਅਤੇ ਧਨ ਦੌਲਤ ਨਾ ਤਾਂ ਇੱਥੇ ਚੰਗੇ ਪਾਸੇ ਲਾ ਸਕੇ, ਕੈਦ ਕਰਕੇ ਰੱਖ ਲਈ ਧਨ ਦੌਲਤ। ਇੱਦਾਂ ਹੀ ਸੋ ਉਹਨਾਂ ਦੇ ਸ਼ੁਭ ਕਰਮਾਂ ਨੂੰ ਵੀ ਤਾਲਾ ਲੱਗ ਗਿਆ, ਸ਼ੁਭ ਕਰਮ ਨਹੀਂ ਕੋਈ ਹੋ ਸਕਿਆ। ਮਾਇਆ ਦੇ ਨਾਲ ਮਾੜੇ ਕਰਮ ਵੀ ਹੁੰਦੇ ਨੇ ਅਤੇ ਚੰਗੇ ਵੀ ਹੁੰਦੇ ਨੇ। ਸੋ ਮਾੜਾ ਕਰਮ ਤਾਂ ਹੋ ਗਿਆ ਨਾ, ਇਕੱਠਾ ਕਰਕੇ ਰੱਖੀ ਗਿਆ ਧਨ। ਮਾੜਾ ਕਰਮ ਬੰਨ੍ਹ ਕੇ ਰੱਖ ਲਿਆ ਮਾਇਆ ਨੂੰ, ਭੱਜੀ ਨਹੀਂ ਰਹਿੰਦੀ ਮਾਇਆ ਕਿਸੇ ਦੀ ਵੀ। ਸੋ ਚੰਗਾ ਘਰ ਨਹੀਂ ਹੋਇਆ, ਪਰਉਪਕਾਰ ਨਹੀਂ ਹੋਇਆ, ਨਾ ਕਿਸੇ ਨੂੰ ਅੰਨ, ਨਾ ਕਿਸੇ ਨੂੰ ਵਸਤਰ, ਨਾ ਕਿਸੇ ਦੇ ਰਹਿਣ ਵਾਸਤੇ ਕੋਈ ਇੰਤਜ਼ਾਮ, ਕੋਈ ਚੰਗਾ ਕਰਮ ਨਹੀਂ ਹੋਇਆ। ਉਹਦੇ ਨਾਲ ਕਿ ਨਰਕਾਂ ਦਾ ਭਾਗੀ ਹੋਇਆ। ਮਾਰਕੰਡੇ ਵਰਗੇ ਰਿਸ਼ੀ ਜਿਹੜੇ ਜਿਨ੍ਹਾਂ ਦੀਆਂ ਇੰਨੀਆਂ ਲੰਬੀਆਂ ਉਮਰਾਂ ਹੋਈਆਂ, ਉਹਨਾਂ ਨੇ ਸਾਰੀ ਜ਼ਿੰਦਗੀ ਦਰੱਖਤਾਂ ਥੱਲੇ ਕੱਟੀ ਆ, ਕਿਉਂਕਿ ਸਮਝ ਚੁੱਕੇ ਸੀ ਭਾਈ ਅਸੀਂ ਇੱਥੇ ਜੋ ਆਏ ਹਾਂ ਉਹ ਬੰਦਗੀ ਕਰਨ ਵਾਸਤੇ ਆਏ ਹਾਂ। ਕਹਿੰਦੇ ਜੇ ਤੁਸੀਂ ਜਿਹੜੇ ਮਹਿਲ ਮਾੜੀਆਂ ਸਾਰੀ ਜਾ ਰਹੇ ਹੋ। ਹਮਰੋ ਕਰਤਾ ਰਾਮ ਸਨੇਹੀ, ਭਗਤ ਨਾਮਦੇਵ ਜੀ ਕਹਿੰਦੇ ਨੇ ਜਿਹੜਾ ਸਾਡਾ ਕਰਤਾ ਆ ਉਹ ਰਾਮ ਪਰਮਾਤਮਾ ਪਰਮੇਸ਼ਰ, ਜਿਹੜਾ ਕਿ ਸਾਰਿਆਂ ਦੇ ਨਾਲ ਪਿਆਰ ਕਰਦਾ। ਸਨੇਹੀ, ਉਹ ਸਭਨਾਂ ਦੇ ਨਾਲ ਪਿਆਰ ਕਰਦਾ ਅਤੇ ਉਹਦਾ ਪਿਆਰ ਵੀ ਸੱਚਾ ਹੁੰਦਾ ਹੈ ਨਾ। ਪਿਆਰ ਉਹਦਾ ਸੱਚਾ ਹੁੰਦਾ। ਜਿਹੜਾ ਮਨੁੱਖ ਹੈ ਇਹ ਕਰਮਕਾਂਡ ਵਿੱਚ ਜ਼ਿਆਦਾ ਪੈ ਜਾਂਦਾ। ਧਾਰਮਿਕ ਤਾਂ ਹੈ ਪਰ ਕਰਮਕਾਂਡ ਵਿੱਚ ਜ਼ਿਆਦਾ ਪੈ ਗਿਆ। ਕਰਮਕਾਂਡ ਕਰੇ, ਆਪਣਾ ਨੇਮ ਨਿਭਾਏ, ਨੇਮ ਨੂੰ ਹੀ ਕਰਮਕਾਂਡ ਕਿਹਾ ਜਾਂਦਾ। ਨੇਮ ਦੇ ਵਿੱਚ ਪ੍ਰੇਮ ਹੋਣਾ ਬੜਾ ਜ਼ਰੂਰੀ ਹੈ। ਰੱਬ ਦੇ ਨਾਲ ਪ੍ਰੇਮ ਨਹੀਂ ਹੁੰਦਾ, ਕਰਮਕਾਂਡ ਕਰਦਾ ਪਿਆ। ਨਿਤਨੇਮ ਜਿਹੜਾ ਆ ਉਹ ਕਰ ਰਿਹਾ, ਉਹ 'ਚ ਪ੍ਰੇਮ ਨਹੀਂ ਹੈ, ਇਹ ਵੀ ਕਰਮਕਾਂਡ ਹੁੰਦਾ। ਨੇਮ ਨਿਭਾਉਣਾ ਪ੍ਰੇਮ ਨਹੀਂ ਹੋਣਾ, ਕਰਮਕਾਂਡ ਹੁੰਦਾ। ਸੋ ਜੇ ਵਿੱਚ ਪ੍ਰੇਮ ਸ਼ਾਮਿਲ ਹੋ ਜਾਵੇ ਤਾਂ ਬੰਦਗੀ ਹੋ ਜਾਂਦੀ ਹੈ, ਉਹ ਬੰਦਗੀ ਹੁੰਦੀ ਹੈ। ਸੋ ਹੁਣ ਭਗਤ ਨਾਮਦੇਵ ਜੀ ਕਹਿੰਦੇ ਜਿਹੜਾ ਪਰਮਾਤਮਾ ਪਰਮੇਸ਼ਰ ਹੈ ਉਹਦੇ ਨਾਲ ਥੋੜ੍ਹਾ ਜਿਹਾ ਪਿਆਰ ਪਾ ਕੇ ਤਾਂ ਦੇਖੋ, ਉਹ ਤਾਂ ਸਨੇਹੀ ਹੈ, ਉਹ ਤਾਂ ਬਹੁਤ ਪਿਆਰ ਕਰਦਾ। ਭਗਤ ਨਾਮਦੇਵ ਜੀ ਕਹਿੰਦੇ ਮੇਰਾ ਤਾਂ ਉਹੀ ਸਨੇਹੀ ਹੈ, ਕਿਉਂਕਿ ਉਸਨੂੰ ਮੈਂ ਆਪਣਾ ਕਰਤਾ ਮੰਨਿਆ ਹੋਇਆ ਕਿ ਮੇਰਾ ਕਰਤਾ, ਸਾਰੇ ਸੰਸਾਰ ਦਾ ਜਿਹੜਾ ਕਰਤਾ ਉਹੀ ਮੇਰਾ ਕਰਤਾ ਹੈ। ਸੋ ਇਸ ਕਰਕੇ ਮੈਂ ਉਹਦੇ ਨਾਲ ਹੀ ਪਿਆਰ ਪਾਉਣਾ। ਮੈਂ ਕੋਈ ਆਪਣੀ ਜਾਇਦਾਦ, ਆਪਣੀ ਕੁੱਲੀ, ਆਪਣਾ ਪਰਿਵਾਰ ਜਾਂ ਆਪਣਾ ਮਾਣ, ਕਿਸੇ ਨਾਲ ਮੈਂ ਪਿਆਰ ਨਹੀਂ ਪਾਉਣਾ, ਉਹਦੇ ਨਾਲ ਹੀ ਪਿਆਰ ਪਾਉਣਾ। ਕਾਹੇ ਰੇ ਨਰ ਗਰਭ ਕਰਤ ਹਾ, ਬਿਨ ਸਜਾਏ ਝੂਠੀ ਦੇਹੀ। ਇਹ ਉਪਦੇਸ਼ ਦੇ ਦਿੱਤਾ ਭਗਤ ਜੀ ਨੇ ਆਪਾਂ ਨੂੰ ਸਾਰਿਆਂ ਨੂੰ ਵੀ ਐ ਮਨੁੱਖ ਤੂੰ ਹੰਕਾਰ ਕਾਹਦਾ ਕਰਦਾ,
ਹੰਕਾਰ ਕਰਦਾ ਜਿਹੜਾ ਤੇਰਾ ਸਰੀਰ ਹੈ ਇਹ ਝੂਠਾ ਆ, ਬਿਨ ਸਜਾਏ ਇਹਨੇ ਬਿਨ ਸਜਾਣਾ ਹੈ। ਝੂਠੀ ਦੇਹੀ, ਇਹ ਦੇਹੀ ਝੂਠੀ ਹੈ। ਜਿਹੜੀ ਚੀਜ਼ ਹਮੇਸ਼ਾ ਨਹੀਂ ਰਹਿੰਦੀ ਉਹ ਝੂਠੀ ਹੈ। ਅਤੇ ਇਸ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਕਰ ਦਿੱਤੇ, ਜੋ ਉਪਜਿ ਸੋ ਬਿਨਸ ਹੈ ਪ੍ਰਭੂ ਆਜ ਕੇ ਕਾਲ। ਇੱਥੇ ਤਾਂ ਕੁਝ ਵੀ ਥਿਰ ਨਹੀਂ, ਇਸ ਸੰਸਾਰ ਦੇ ਵਿੱਚ ਕੁਝ ਵੀ ਰਹਿਣੇ ਵਾਲਾ ਨਹੀਂ ਹੈ। ਇਸ ਕਰਕੇ ਸਾਰਾ ਕੁਝ ਝੂਠ ਹੀ ਝੂਠ ਹੈ। ਤਦੇ ਮਹਾਰਾਜ ਨੇ ਆਸਾ ਜੀ ਦੀ ਵਾਰ 'ਚ ਵਚਨ ਕਰ ਦਿੱਤੇ, ਨਾਨਕ ਵਖਾਣੇ ਬੇਨਤੀ ਤੁਧ ਬਾਝ ਕੂੜੋ ਕੂੜ। ਤੂੰ ਇੱਕ ਸੱਤ ਹੈ ਹਮੇਸ਼ਾ ਰਹਿਣੇ ਵਾਲਾ, ਬਾਕੀ ਸਾਰਾ ਕੁਝ ਕੂੜ ਹੀ ਕੂੜ ਹੈ। ਰਹਾਓ ਮੇਰੀ ਮੇਰੀ ਕੈਰੋਂ ਕਰਤੇ ਦੁਰਜੋਧਨ ਸੇ ਭਾਈ। ਸੋ ਕੈਰਵਾਂ ਅਤੇ ਪਾਂਡਵਾਂ ਦਾ ਇਤਿਹਾਸ ਬੜਾ ਮਸ਼ਹੂਰ ਹੈ। ਮਹਾਂਭਾਰਤ ਦਾ ਯੁੱਧ ਬੜਾ ਮਸ਼ਹੂਰ ਹੈ। ਕੈਰਵਾਂ ਨੂੰ ਮਾਣ ਸੀ ਆਪਣੀਆਂ ਫੌਜਾਂ 'ਤੇ, ਆਪਣਿਆਂ ਭਰਾਵਾਂ 'ਤੇ। ਉਹਨਾਂ ਨੂੰ ਇਸ ਗੱਲ ਦੀ ਭਿਣਕ ਤੱਕ ਵੀ ਨਹੀਂ ਸੀ ਵੀ ਹਾਂ ਵੀ ਸਾਡੀ ਹਾਰ ਹੋਵੇਗੀ ਯੁੱਧ ਦੇ ਵਿੱਚ। ਕਹਿੰਦੇ ਹੋ ਹੀ ਨਹੀਂ ਸਕਦਾ ਸਾਡੀ ਹਾਰ ਹੋਵੇ। ਹੰਕਾਰ ਹੋਣ ਕਰਕੇ ਤਾਂ ਉਹਨਾਂ ਨੇ ਪਾਂਡਵਾਂ ਨੂੰ 5 ਪਿੰਡ ਵੀ ਨਹੀਂ ਸੀ ਦਿੱਤੇ। ਕ੍ਰਿਸ਼ਨ ਨੇ ਇਹ ਵੀ ਕਿਹਾ ਸੀਗਾ ਵੀ ਇਹਨਾਂ ਨੂੰ ਥੋੜ੍ਹੀ ਜਿਹੀ ਜ਼ਮੀਨ ਦੇ ਦਿਓ, 5 ਕੁ ਪਿੰਡ ਦੇ ਦਿਓ, ਆਪਣਾ ਗੁਜ਼ਾਰਾ ਕਰ ਲਿਆ ਕਰਨਗੇ, ਜ਼ਿੰਦਗੀ ਬਤੀਤ ਕਰ ਲੈਣਗੇ। ਪਰ ਹੰਕਾਰ ਸੀ ਨਾ, ਰਾਜ ਮੱਧ ਜਿਹੜਾ ਹੁੰਦਾ ਇਹ ਬੜਾ ਭਿਆਨਕ ਹੁੰਦਾ। ਰਾਜ ਮੱਧ ਇਹਦੇ ਵਿੱਚ ਸਭ ਕੁਛ ਇਹਨੂੰ ਬੰਦਾ ਭੁੱਲ ਜਾਂਦਾ, ਭੁੱਲ ਗਿਆ ਵੀ ਹਾਂ ਵੀ ਅਸਲ ਰਾਜ ਭਾਗ ਦੇ ਮਾਲਕ ਤਾਂ ਇਹ ਸੀਗੇ, ਪਰ ਅਸੀਂ ਇਹਨਾਂ ਪਾਸੋਂ ਰਾਜ ਲੈ ਲਿਆ। ਹੁਣ 5 ਪਿੰਡ ਦੇਣ ਨੂੰ ਵੀ ਤਿਆਰ ਨਹੀਂ ਸੀ। ਕਿੱਡਾ ਹੰਕਾਰ। ਅਤੇ ਸ਼੍ਰੀ ਭਗਵਾਨ ਨਾ ਜਾਣਿਆ, ਕ੍ਰਿਸ਼ਨ ਨੂੰ ਵੀ ਇਹਨਾਂ ਨੇ ਕੱਖ ਨਹੀਂ ਸਮਝਿਆ ਸੀ, ਦੁਰਯੋਧਨ ਵਰਗਿਆਂ ਨੇ। ਮੇਰੀ ਮੇਰੀ ਕੈਰੂ ਕਰਤੇ, ਸੋ ਮੇਰਾ 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 ਇਹ ਕਰਦੇ ਸੀ ਕੈਰੋਂ ਸਾਰੇ। ਇਹਨਾਂ 'ਚ ਕੋਈ ਵੀ ਐਸਾ ਸਿਆਣਾ ਸਮਝਦਾਰ ਨਹੀਂ ਸੀ। ਇੱਕ ਦੂਜੇ ਸੀਗੇ ਹੀ, ਉਹਨਾਂ ਦੀ ਚੱਲਦੀ ਨਹੀਂ ਸੀਗੀ। ਦੁਰਯੋਧਨ ਦੇ ਸਾਰੇ ਦੱਬੇ ਹੋਏ ਸਨ। ਉਂਝ ਵੀ ਇਸ ਰਾਜ ਵਿੱਚ 2 ਹਕੂਮਤਾਂ ਹੋਈਆਂ। ਸੋ 2 ਹਕੂਮਤਾਂ ਜਿਹੜੀਆਂ ਨਾ ਉਹ ਮਾੜੀਆਂ ਹੁੰਦੀਆਂ। ਇੱਕ ਹਕੂਮਤ ਤਾਂ ਧ੍ਰਿਤਰਾਸ਼ਟਰ ਦੀ, ਦੂਜੀ ਹਕੂਮਤ ਦੁਰਯੋਧਨ ਦੀ। ਜੇ ਧ੍ਰਿਤਰਾਸ਼ਟਰ ਦੀ ਹਕੂਮਤ ਬਲ ਵਾਲੀ ਹੁੰਦੀ ਤਾਂ ਫਿਰ ਦੁਰਯੋਧਨ ਨਹੀਂ ਸੀ ਕੁਝ ਕਰ ਸਕਦਾ, ਅਤੇ ਹਕੂਮਤ ਦੁਰਯੋਧਨ ਦੀ ਬਲ ਵਾਲੀ ਸੀਗੀ। ਇਹਦੇ ਅੱਗੇ ਸਾਰਿਆਂ ਨੂੰ ਝੁਕਣਾ ਪੈਂਦਾ ਸੀਗਾ। ਇਸੇ ਕਰਕੇ ਸੋ ਇਹਨਾਂ ਦਾ ਰਾਜ ਭਾਗ ਨਸ਼ਟ ਹੋਇਆ। ਰਾਜ ਭਾਗਾਂ ਦਾ ਕਿੰਨੀਆਂ ਫੌਜਾਂ ਖਤਮ ਹੋਈਆਂ, 18 ਖੂਹਣੀਆਂ ਫੌਜ ਖਤਮ ਹੋਈ ਸੀ ਇਸ ਯੁੱਧ ਦੇ ਵਿੱਚ। 18 ਖੂਹਣੀਆਂ ਦੋਨਾਂ ਪਾਸਿਆਂ ਤੋਂ। 11 ਖੂਹਣੀਆਂ ਫੌਜ ਕੈਰਵਾਂ ਦੀ ਅਤੇ 7 ਖੂਹਣੀਆਂ ਜਿਹੜੀ ਫੌਜ ਸੀ ਉਹ ਪਾਂਡਵਾਂ ਦੀ ਸੀਗੀ। ਖੂਹਣੀ ਤੋਂ ਭਾਵ ਹੁੰਦਾ ਸੈਨਾ ਤੁਰਦੀ ਜਾਵੇ ਤੁਰਦੀ ਜਾਵੇ, ਉਹਦੇ ਪੈਰਾਂ ਦੇ ਨਾਲ ਜੋ ਮਿੱਟੀ ਉੱਡਦੀ ਹੈ ਉਹਦੇ ਨਾਲ ਖੂਹ ਭਰ ਜਾਵੇ, ਉਹਨੂੰ ਇੱਕ ਖੂਹਣੀ ਕਿਹਾ ਜਾਂਦਾ। ਵੀ ਇੱਕ ਖੂਹਣੀ 'ਚ ਕਿੰਨੀ ਕੁ ਫੌਜ ਹੋਵੇਗੀ। ਅੱਜ ਵੀ ਕੁਰੂਕਸ਼ੇਤਰ ਦੀ ਧਰਤੀ ਜਦੋਂ ਪੁੱਟੋ ਥੱਲਿਓਂ ਲਾਲ ਹੀ ਨਿਕਲਦੀ ਹੈ, ਇੰਨਾ ਕੁ ਉੱਥੇ ਲਹੂ ਡੁੱਲਿਆ ਸੀਗਾ। 18 ਖੂਹਣੀਆਂ ਫੌਜ ਉੱਥੇ ਵੱਢ ਹੋ ਗਈ ਸੀ, ਖਤਮ ਹੋ ਗਈ ਸੀ। ਇੱਕ ਦੁਰਯੋਧਨ ਦੇ ਹੰਕਾਰ ਕਰਕੇ। ਫਿਰ ਰਿਹਾ ਉਹਦਾ ਹਾਲ ਫਿਰ ਕੀ ਹੋਇਆ। ਕਹਿੰਦੇ ਜਦੋਂ ਉਹ ਤਾਕਤ ਦੇ ਵਿੱਚ ਸੀ ਹੈ ਨਾ, ਭਗਤ ਜੀ ਕਹਿੰਦੇ ਨੇ 12 ਜੋਜਨ ਛਤਰ ਚਲੈ ਥਾ, ਦੇਹੀ ਗਿਰਜਨ ਖਾਈ। 12 ਜੋਜਨ, ਜੋਜਨ ਕੋਹ ਨਾਲੋਂ ਵੱਡਾ ਹੁੰਦਾ, 48 ਕੋਹ ਬਣਦਾ ਤਕਰੀਬਨ। ਜੋਜਨ ਦੀ ਜੋ ਮਿਣਤੀ ਲਾਈ ਹੈ, ਜਿੱਦਾਂ ਕਹਿੰਦੇ ਵੀ ਹਾਂ ਬਲਦ ਜੋੜਨੇ ਆ, ਜੋਤਾ ਲਾਉਣਾ ਆਮ ਜ਼ਿਮੀਂਦਾਰਾਂ ਦੀ ਬੋਲੀ ਹੈ ਪਿੰਡਾਂ ਦੇ ਵਿੱਚ, ਕਹਿਣਾ ਬਲਦ ਜੋੜਨੇ ਆ, ਜੋਤਾ ਲਾ ਲਈਏ। ਇਸੇ ਤਰ੍ਹਾਂ ਦੋਨਾਂ ਬਲਦਾਂ ਨੂੰ ਜੋੜ ਕੇ ਪਜਾਲੀ ਪਾ ਕੇ ਤਾਂ ਛੱਡ ਦੇਣਾ, ਹੱਕ ਦੇਣਾ, ਤੁਰਦੇ ਜਾਣ ਤੁਰਦੇ ਜਾਣ। ਅਤੇ ਜਿੱਥੇ ਥੱਕ ਜਾਂਦੇ ਸੀ ਨਾ, ਖੜ੍ਹ ਜਾਂਦੇ ਸੀ, ਉੱਥੇ ਤੀਕਰ 1 ਯੋਜਨ ਬਣਦਾ ਸੀਗਾ, 1 ਯੋਜਨ। ਸੋ ਇਹ 12 ਯੋਜਨ ਦਾ ਤਕਰੀਬਨ 48 ਕੋਹ ਬਣਦਾ। ਜਦੋਂ 48 ਕੋਹ ਵੀ ਜੇ ਉਹ ਚੱਲਦਾ ਸੀ ਨਾ ਦੁਰਯੋਧਨ, ਅਤੇ ਉਹਦੇ ਸਿਰ 'ਤੇ ਛਤਰ ਰਹਿੰਦਾ ਸੀ। ਛਤਰ
48 ਕੋਹ ਤਿੱਕਰ ਆਲੇ ਦੁਆਲੇ ਲੋਕ ਖੜ੍ਹਦੇ ਸੀ ਉਸ ਦਾ ਸਤਿਕਾਰ ਕਰਨ ਵਾਸਤੇ। ਹੁਣ ਜਿਸ ਰਾਜੇ ਨੂੰ ਇੰਨਾ ਮਾਣ ਇੰਨਾ ਸਤਿਕਾਰ ਮਿਲੇ, ਉਹ ਕਿਉਂ ਨਾ ਹੰਕਾਰੀ ਹੋਵੇ। ਬੜਾ ਹੰਕਾਰੀ ਹੋ ਚੁੱਕਾ ਸੀਗਾ। 12 ਜੋਜਨ ਛਤਰ ਚੱਲੈ ਥਾ, ਜਦੋਂ ਚੱਲਦਾ ਸੀ ਛਤਰ ਰਹਿੰਦਾ ਸੀ ਉਹਦੇ ਸਿਰ 'ਤੇ, ਪਰ ਉਹਦੇ ਹੰਕਾਰ ਨੇ ਉਹਦਾ ਸਤਿਆਨਾਸ਼ ਕਰ ਦਿੱਤਾ। ਅਤੇ ਉਹਦੇ ਆਪਣੇ ਸਰੀਰ ਦਾ ਕੀ ਹਾਲ ਹੋਇਆ, ਰੁਲਿਆ। ਬਾਅਦ ਵਿੱਚ ਹੀ ਸਭ ਤੋਂ ਅਖੀਰ ਵਿੱਚ ਹੀ ਇਹ ਮਰਦਾ। ਦੇਹੀ ਗਿਰਜਨ ਖਾਹੀ, ਇਸ ਦੀ ਦੇਹੀ ਨੂੰ ਗਿਰਜਾ ਨਹੀਂ ਖਾਧਾ। ਗਿਰਜਾ ਨਹੀਂ ਖਾਧਾ, ਕਹਿੰਦੇ ਦੇਹੀ ਪੱਥਰ ਦੀ ਬਣ ਗਈ ਸੀ। ਪੱਥਰ ਦਾ ਮਤਲਬ ਸਟਰੋਂਗ ਸੀ, ਇਹ ਨਹੀਂ ਵੀ ਪੱਥਰ ਹੀ ਬਣ ਗਿਆ ਸੀ। ਜੇ ਪੱਥਰ ਬਣਦਾ ਤਾਂ ਲੜਦਾ ਕਿੱਦਾਂ। ਕਹਿਣਾ ਕਿ ਲੈ ਵੀ ਸਰੀਰ ਕਹਿਣਾ ਲੋਹੇ ਵਰਗਾ ਆ, ਲੋਹਾ ਥੋੜ੍ਹੀ ਹੁੰਦਾ, ਲੋਹੇ ਵਰਗਾ ਹੁੰਦਾ ਵੀ ਮੰਨ ਲਓ ਬੜਾ ਪਾਵਰ ਵਾਲਾ ਜੀ। ਕਹਿਣਾ ਲੈ ਵੀ ਘੋੜੇ ਜਿੰਨੀ ਤਾਕਤ ਹੈ, ਘੋੜਾ ਥੋੜ੍ਹੀ ਹੁੰਦਾ। ਸੋ ਇਹ ਪੱਥਰ ਵਰਗੀ ਦੇਹੀ, ਭਾਵ ਉਹਦੀ ਦੇਹੀ ਬੜੀ ਸਟਰੋਂਗ ਹੋ ਗਈ ਸੀਗੀ। ਅਤੇ ਗਿਰਜਾਂ ਦੀ ਤਾਂ ਖੁਰਾਕ ਹੈ, ਜਿਹੜੇ ਮੁਰਦੇ ਹੁੰਦੇ ਨਾ, ਮੁਰਦੇ ਹੱਡਾ ਰੂੜੀ, ਇਹ ਤਾਂ ਉਹਨਾਂ ਦੀ ਰਸੋਈ ਹੁੰਦੀ ਹੈ। ਜਿਹੜੇ ਮਾਸ ਭਖਣੇ ਵਾਲੇ ਪਕਸ਼ੀ ਹੁੰਦੇ ਨੇ, ਇਹਦੀ ਦੇਹੀ ਨੂੰ ਸਾਂਭਣੇ ਵਾਲਾ ਕੋਈ ਹੈ ਨਹੀਂ ਸੀ। ਫਿਰ ਚਲੋ ਅੰਤਮ ਸੰਸਕਾਰ ਹੋ ਜਾਂਦਾ, ਭਰਾ ਤਾਂ ਸਾਰੇ ਮਰ ਗਏ ਹੈ ਨਾ, ਬਾਕੀ ਜੇ ਕਿਤੇ ਬਚੇ ਬੁਚੇ ਹੋਣਗੇ ਭੱਜ ਗਏ ਹੋਣਗੇ। ਉਥੇ ਕੋਈ ਦੇਹੀ ਨੂੰ ਸਾਂਭਣੇ ਵਾਲਾ ਵੀ ਹੈ ਨਹੀਂ ਸੀ। ਦੇਹੀ ਨੂੰ ਗਿਰਜਾ ਨੇ ਹੀ ਖਾਧਾ। ਇਹਦੇ ਹੰਕਾਰ ਕਰਕੇ ਕਹਿੰਦੇ ਸਾਰਾ ਕੁਝ ਹੋਇਆ। ਕਹਿੰਦੇ ਸਰਬ ਸੋਇਨ ਕੀ ਲੰਕਾ ਹੋਤੀ, ਰਾਵਨ ਸੇ ਅਧਿਕਾਈ। ਸੋ ਇਸੇ ਤਰ੍ਹਾਂ ਸਮਾਂ ਸੀ ਜਦੋਂ ਰਾਵਣ ਦਾ, ਅਤੇ ਰਾਵਣ ਦੇ ਸੰਬੰਧ ਵਿੱਚ ਆਉਂਦਾ, ਕਹਿੰਦੇ ਵੀ ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ। ਸੋ ਇਹਦਾ ਮਤਲਬ ਇਹ ਨਹੀਂ ਵੀ ਚੰਦ ਵੀ ਅਤੇ ਸੂਰਜ ਵੀ ਆਣ ਕੇ ਉਹਦੀ ਰਸੋਈ 'ਚ ਕੰਮ ਕਰਦੇ ਸੀਗੇ, ਇਹ ਨਹੀਂ। ਚੰਦ ਤੋਂ ਭਾਵ ਹੁੰਦਾ ਹਨੇਰਾ, ਸੂਰਜ ਤੋਂ ਭਾਵ ਹੁੰਦਾ ਚਾਨਣ ਦਿਨ। ਤਪਤ ਰਸੋਈ, ਐਡਾ ਵੱਡਾ ਉਹਦਾ ਪਰਿਵਾਰ ਸੀ ਹੈ ਨਾ, ਵੀ ਦਿਨੇ ਵੀ ਅਤੇ ਰਾਤ ਵੀ ਰਸੋਈ ਤਪਦੀ ਰਹਿੰਦੀ ਸੀ। ਰਸੋਈ 'ਚ ਅੱਗ ਨਹੀਂ ਸੀ ਕਦੀ ਬੁਝੀ। ਹੁਣ ਪਹਿਲਿਆਂ ਸਮਿਆਂ 'ਚ ਅੱਗ ਦੇ ਨਾਲ ਲੱਕੜਾਂ ਬਾਲ ਕੇ ਲੰਗਰ ਪਾਣੀ ਤਿਆਰ ਹੁੰਦਾ ਸੀ। ਰਸੋਈ 'ਚ ਕਦੀ ਅੱਗ ਬੁਝਦੀ ਨਹੀਂ ਸੀ, ਜਿਹੜੀ ਉਹਦੀ ਆਪਣੀ ਰਸੋਈ ਸੀ। ਜਿਹੜੀ ਉਹਦੀ ਫੌਜ ਦੀ ਰਸੋਈ ਹੋਵੇਗੀ ਉਹਦੀ ਤਾਂ ਗੱਲੇ ਨਹੀਂ ਕੀਤੀ ਨਾ ਹਾਂਜੀ। ਚੰਦ ਸੂਰਜ ਉਹਦੇ ਤਪਤ ਰਸੋਈ, ਉਹਦੀ ਆਪਣੀ ਜਿਹੜੀ ਰਸੋਈ ਸੀ, ਜਿੱਥੇ ਉਹਦਾ ਪਰਿਵਾਰ ਭੋਜਨ ਛਕਦਾ ਸੀਗਾ। ਦਿਨ ਰਾਤ ਭੋਜਨ ਉੱਥੇ ਤਿਆਰ ਹੁੰਦਾ ਸੀਗਾ। ਐਡਾ ਉਹਦਾ ਪਰਿਵਾਰ, 1 ਲੱਖ ਪੂਤ 1.25 ਲੱਖ ਨਾਤੀ। ਅਤੇ ਬੈਸੰਤਰ ਜਾ ਕੇ ਕੱਪੜੇ ਧੋਈ। ਬੈਸੰਤਰ ਭਾਵ ਅੱਗ ਨਹੀਂ ਸੀ ਕੱਪੜੇ ਧੋਂਦੀ। ਜਿੱਦਾਂ ਹੁਣ ਆਪਾਂ ਕੱਪੜੇ ਧੋਂਦੇ ਹਾਂ ਅਤੇ ਗਰਮ ਪਾਣੀ ਕਰਦੇ ਹਾਂ, ਅਤੇ ਉੱਥੇ ਅੱਗ ਬਲਦੀ ਰਹਿੰਦੀ ਹੁੰਦੀ ਸੀ, ਗਰਮ ਪਾਣੀ ਧਰਿਆ ਹੀ ਰਹਿੰਦਾ ਹੁੰਦਾ ਸੀ। ਸੋ ਅੱਗ ਬਲਦੀ ਰਹਿਣੀ, ਪਾਣੀ 'ਚੋਂ ਗਰਮ ਕਰਨਾ। ਕੱਪੜੇ ਧੋਣ ਲਈ ਪਾਣੀ ਗਰਮ ਚਾਹੀਦਾ ਹੈ। ਸੋ ਅੱਗ ਬਲਦੀ ਰਹਿੰਦੀ ਹੁੰਦੀ ਸੀ। ਐਡਾ ਵੱਡਾ ਉਹਦਾ ਆਪਣਾ ਹੀ ਪਰਿਵਾਰ ਰਾਵਣ ਦਾ। ਫਿਰ ਕਿੰਨੀਆਂ ਫੌਜਾਂ, ਕਿੰਨਾ ਬਲਸ਼ਾਲੀ, ਅਤੇ ਕਿੰਨਾ ਕੁ ਵਿਗਿਆਨ ਸੀ ਉਹਨਾਂ ਦੇ ਨਾਲ। ਸਾਇੰਸ ਕਿੰਨੀ ਤਰੱਕੀ ਕਰ ਗਈ ਸੀ। ਉਹਦੇ ਕੋਲ ਜਹਾਜ਼ ਆਪਣਾ, ਅਤੇ ਜਹਾਜ਼ ਆਪਣਾ, ਅਤੇ ਜਹਾਜ਼ਾਂ ਵਿੱਚ ਕਿਤੇ ਕਿਤੇ ਜਾ ਕੇ ਆਪਣੇ ਸਫ਼ਰ ਉਹ ਕਰਦਾ ਹੁੰਦਾ ਸੀ ਜਿਹੜਾ ਰਾਵਣ ਹੁੰਦਾ ਹੈ। ਸੋ ਐਡੀ ਨੌਲੇਜ ਰੱਖਣੇ ਵਾਲਾ, ਐਡੇ ਦਿਮਾਗ ਰੱਖਣੇ ਵਾਲਾ, ਐਡਾ ਬਲਸ਼ਾਲੀ। ਸੋ ਰਾਵਣ ਸੇ ਅਧਿਕਾਈ, ਉਹਦੇ ਵਰਗਾ ਕੋਈ ਬਲ ਵਾਲਾ ਸੀਗਾ ਕਹਿੰਦੇ। ਫਿਰ ਅਮੀਰੀ ਇੰਨੀ, ਸਰਬ ਸੋਇਨ ਕੀ ਲੰਕਾ ਹੋਤੀ। ਸੋ ਉਹਦੀ ਲੰਕਾ ਜਿਹੜੀ ਸੀ ਉਹ ਸੋਨੇ ਦੀ, ਇਹ ਮੰਨਿਆ ਜਾਂਦਾ ਵੀ ਸੋਨੇ ਦੀ ਲੰਕਾ ਸੀ ਉਹਦੇ ਪਾਸ। ਕਿਸੇ ਕੋ ਸੋਨੇ ਦੇ ਗਹਿਣੇ, ਕੋਈ 5 ਤੋਲੇ ਰੱਖਿਆ, ਕੋਈ 10 ਤੋਲੇ, ਕੋਈ 100 ਤੋਲੇ, ਕਿੰਨਾ ਕੁ ਰੱਖ ਲਊਗਾ। ਗਹਿਣੇ ਬਣਾਉਣੇ, ਕਿੰਨੇ ਕੁ ਗਹਿਣੇ ਕੋਈ ਪਾ ਸਕਦਾ। ਸੋ ਉਹਨੇ ਆਪਣੀ ਲੰਕਾ ਹੀ ਸੋਨੇ ਦੀ। ਬੜੀ ਹੈਰਾਨਗੀ ਆਉਂਦੀ ਵੀ ਸੋਨੇ ਦੀ ਲੰਕਾ, ਪਰ ਨਹੀਂ, ਸੱਚਮੁੱਚ ਜਦੋਂ ਜਿਹੜੀ ਚੀਜ਼ ਜਿਹਦੇ ਕੋਲ ਬਹੁਤਾਤ ਵਿੱਚ ਆ ਜਾਵੇ ਉਸ ਦਾ
ਉਹ ਨੁਮਾਇਸ਼ ਕਰਦਾ ਹੀ ਕਰਦਾ। ਹੁਣ ਅਰਬ ਕੰਟਰੀਆਂ ਦੇ ਵਿੱਚ ਸੋ ਸੋਨੇ ਦੇ ਹੋਟਲ ਬਣਾਏ ਹੋਏ ਨੇ, ਸੋਨੇ ਦੇ ਮਕਾਨ, ਸੋਨੇ ਦੇ ਸਭ ਕੁਝ, ਰਸੋਈ ਬਾਥਰੂਮ ਸਭ ਕੁਝ ਸੋਨੇ, ਸੋਨੇ ਦੀਆਂ ਕਾਰਾਂ ਬਣਾ ਦਿੱਤੀਆਂ। ਇਸ ਕਰਕੇ ਇਹ ਤਾਂ ਗੱਲ ਮੰਨਣ ਵਿੱਚ ਆਉਂਦੀ ਹੈ ਕਿ ਰਾਵਣ ਦੀ ਲੰਕਾ ਸੱਚਮੁੱਚ ਸੋਨੇ ਦੀ ਹੋਵੇਗੀ। ਉਸ ਸਮੇਂ, ਆਪਣੇ ਸਮੇਂ ਜਦੋਂ ਰਾਵਣ ਸੀ, ਉਹਦੇ ਨਾਲੋਂ ਕੋਈ ਬਲ ਵਾਲਾ ਸੀ? ਕਹਿੰਦੇ ਕੋਈ ਬਲ ਵਾਲਾ ਨਹੀਂ ਸੀ। ਕਹਾਂ ਭਇਓ ਦਰ ਬਾਂਧੇ ਹਾਥੀ, ਖਿਨ ਮੈਂ ਪਈ ਪਰਾਈ। ਉਹਦੇ ਦਰ ਦੇ ਉੱਤੇ ਹਮੇਸ਼ਾ ਹਾਥੀ ਘੋੜੇ ਵੱਜੇ ਰਹਿੰਦੇ ਸੀ। ਸੁਭਾਅ ਇੱਕ ਤਾਂ ਹਾਥੀ ਘੋੜੇ ਤਾਂ ਰਾਜੇ ਕੋਲ ਰਹਿਣੇ ਹੀ ਰਹਿਣੇ ਆ। ਕਿ ਚਤਰੰਗਣੀ ਸੈਨਾ ਹੁੰਦੀ ਸੀ ਰਾਜਾ, ਚਤਰੰਗਣੀ ਸੈਨਾ, ਫੌਜ ਦੇ 4 ਅੰਗ। ਜਿੱਦਾਂ ਹੁਣ 3 ਅੰਗ ਮੰਨਦੇ ਨਾ ਫੌਜ ਦੇ, ਇੱਕ ਹਵਾਈ ਸੈਨਾ, ਥਲ ਸੈਨਾ ਅਤੇ ਸਮੁੰਦਰੀ ਸੈਨਾ। ਸੋ ਪਹਿਲਾਂ ਚਤਰੰਗਣੀ ਸੈਨਾ ਕਹਿੰਦੇ ਸੀ, ਫੌਜ ਦੇ 4 ਅੰਗ। ਸੋ ਇੱਕ ਤਾਂ ਘੋੜ ਸਵਾਰ ਵਾਲੀ ਸੈਨਾ, ਹਾਥੀਆਂ ਦੇ ਉੱਤੇ ਜਿਹੜੇ ਲੜਦੇ ਹੁੰਦੇ ਸੀਗੇ ਉਹ ਸੈਨਾ। ਹਾਥੀ ਬੜਾ ਬਲ ਵਾਲਾ ਹੁੰਦਾ ਨਾ, ਹਾਥੀ ਦੇ ਬਲ ਦਾ ਵੀ ਪ੍ਰਯੋਗ ਕੀਤਾ ਜਾਂਦਾ ਸੀਗਾ। ਹਾਥੀਆਂ ਦੀ ਸੈਨਾ, ਫਿਰ ਰੱਥਾਂ ਦੇ ਉੱਤੇ ਜਿਹੜੇ ਲੜਦੇ ਸੂਰਮੇ ਉਹਨਾਂ ਦੀ ਸੈਨਾ, ਇੱਕ ਪੈਦਲ ਚੱਲਣੇ ਵਾਲੀ ਸੈਨਾ, ਇਹ ਚਤਰੰਗਣੀ ਸੈਨਾ ਹੁੰਦੀ ਸੀ। ਸੋ ਹਾਥੀ ਘੋੜੇ ਤਾਂ ਫੌਜਾਂ ਕੋਲ ਹੁੰਦੇ ਸੀ, ਪਰ ਇਹ ਰਾਵਣ ਦੀ ਸਵਾਰੀ ਦੀ ਗੱਲ ਕੀਤੀ ਤੇ ਰਾਵਣ ਦੀ ਦਰ ਬੰਨ੍ਹਦੇ ਹਾਥੀ ਗੱਲ ਕੀਤੀ ਨਾ, ਦਰ ਬੰਨ੍ਹਦੇ। ਜਿੱਦਾਂ ਅੱਜ ਕੱਲ੍ਹ ਦੇ ਜਿਹੜੇ ਰਾਜੇ ਨੇ, ਮੰਤਰੀ ਨੇ, ਉਹਨਾਂ ਦੀਆਂ ਗੱਡੀਆਂ ਤਿਆਰ ਰਹਿੰਦੀਆਂ। ਪਤਾ ਨਹੀਂ ਕਿਹੜੇ ਵੇਲੇ ਸਾਡੇ ਹਾਕਮ ਨੇ ਕਹਿ ਦੇਣਾ ਵੀ ਹਾਂ ਵੀ ਗੱਡੀ ਕੱਢੋ, ਅਤੇ ਕਿਹੜੀ ਕਾਰ 'ਚ ਜਾਣਾ ਜਾਂ ਹੈਲੀਕਾਪਟਰ 'ਚ ਜਾਣਾ। ਸੋ ਇਸ ਕਰਕੇ ਉਹਦੀਆਂ ਸਾਰੀਆਂ ਸਵਾਰੀਆਂ ਤਿਆਰ ਰਹਿੰਦੀਆਂ। ਰਾਵਣ ਦੀਆਂ ਸਵਾਰੀਆਂ ਤਿਆਰ ਰਹਿੰਦੀਆਂ ਸੀ। ਜੇ ਉਹਨੇ ਹਾਥੀ 'ਤੇ ਸਫ਼ਰ ਕਰਨਾ, ਹਾਥੀ ਵੀ ਤਿਆਰ ਪਰ ਤਿਆਰ ਆ। ਘੋੜੇ 'ਤੇ ਸਫ਼ਰ ਕਰਨਾ, ਜਾਂ ਉਹਦਾ ਜਿਹੜਾ ਆਪਣਾ ਉਡਣ ਖਟੋਲਾ ਹੁੰਦਾ ਸੀ ਉਹ ਵੀ ਤਿਆਰ, ਪਾਲਕੀ ਤਿਆਰ, ਜਿੰਨੀਆਂ ਵੀ ਉਹਨਾਂ ਦਿਨਾਂ 'ਚ ਸਵਾਰੀਆਂ ਹੁੰਦੀਆਂ ਸੀਗੀਆਂ। ਸੋ ਸਾਰੀਆਂ ਸਵਾਰੀਆਂ ਦੀ ਗੱਲ ਕਰ ਦਿੱਤੀ। ਕਹਾਂ ਭਇਓ ਦਰ ਬਾਂਧੇ ਹਾਥੀ, ਖਿਨ ਮੈਂ ਭਈ ਪਰਾਈ। ਬਸ ਗਲਤੀ ਕਰ ਗਿਆ ਇੱਕ, ਐਸੀ ਗਲਤੀ ਹੋ ਗਈ, ਗਲਤੀ ਨੂੰ ਬਸ ਸੁਧਾਰ ਨਹੀਂ ਸਕਿਆ। ਪਤਾ ਹੋਣ ਦੇ ਬਾਵਜੂਦ ਵੀ ਉਸਦੇ ਹੰਕਾਰ ਨੇ ਗਲਤੀ ਨੂੰ ਸੁਧਾਰਨ ਨਹੀਂ ਦਿੱਤਾ। ਯੁੱਧ ਹੋ ਗਿਆ। ਯੁੱਧ ਨਾ ਹੁੰਦਾ ਤੇ ਰਾਵਣ ਵਰਗਾ ਕੋਈ ਪ੍ਰਤਾਪੀ ਰਾਜਾ ਹੀ ਨਹੀਂ ਸੀ। ਯੁੱਧ ਹੋ ਗਿਆ। ਉਸ ਯੁੱਧ ਵਿੱਚ ਕਿੰਨਾ ਕੁ ਨੁਕਸਾਨ ਹੋਇਆ, ਕਿੰਨੀਆਂ ਕੁ ਫੌਜਾਂ ਮਰਦੀਆਂ, ਅਤੇ ਲੰਕਾ ਦਾ ਕੀ ਹਾਲ ਹੋਇਆ। ਸੜੀ ਹੋਈ ਲੰਕਾ ਦਾ ਫਿਰ ਰਾਜਾ ਬਣਿਆ ਹੁਣ ਵਿਭੀਖਣ ਰਾਜਾ ਬਣਦਾ ਨਾ, ਪਰ ਨੁਕਸਾਨ ਬਹੁਤ ਹੋਇਆ। ਖਿਨ ਮੈਂ ਭਈ ਪਰਾਈ ਹੋ ਗਈ ਨਾ ਲੰਕਾ। ਹੁਣ ਉਹ ਵੀ ਸਮਾਂ ਸੀ ਜਦੋਂ ਲੰਕਾ ਦੇ ਵਿੱਚੋਂ ਵਿਭੀਖਣ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀਗਾ। ਮੇਰੀ ਲੰਕਾ, ਮੇਰੀ ਲੰਕਾ। ਪਰ ਯੁੱਧ ਦੇ ਮੈਦਾਨ ਵਿੱਚ ਆ ਗਿਆ, ਖਿਨ ਮੈਂ ਭਈ ਪਰਾਈ। ਜਦੋਂ ਤੀਰ ਵੱਜਾ ਨਾਲ ਹੀ ਮਰਿਆ ਥੋੜ੍ਹੀ ਸੀ, ਬਾਅਦ ਵਿੱਚ ਮਰਦਾ। ਉਹ ਫਿਰ ਸਾਰਾ ਸਮਾਂ ਚੇਤੇ ਆਉਂਦਾ ਵੀ ਮੇਰੇ ਕੋਲ ਆਹ ਗਲਤੀਆਂ ਹੋਈਆਂ। ਜੇ ਨਾ ਗਲਤੀਆਂ ਦਾ ਅਹਿਸਾਸ ਹੁੰਦਾ ਅਤੇ ਲਛਮਣ ਨੂੰ ਉਪਦੇਸ਼ ਨਾ ਦਿੰਦਾ। ਜਦੋਂ ਰਾਵਣ ਨੇ ਕਿਹਾ ਸੀ ਨਾ ਵੀ ਇਹ ਯੁੱਗ ਪੁਰਸ਼ ਹੈ, ਬੜਾ ਵਿਦਵਾਨ ਹੈ, ਲਛਮਣ ਨੂੰ ਕਿਹਾ ਤੂੰ ਉਪਦੇਸ਼ ਲੈ। ਕੋਈ ਉਪਦੇਸ਼ ਲੈਂਦਾ, ਪਹਿਲੋਂ ਕਹਿੰਦੇ ਸਿਰ ਵਾਲੇ ਪਾਸੇ ਖੜ੍ਹਦਾ, ਅੱਖਾਂ ਨਹੀਂ ਖੋਲ੍ਹਦਾ, ਫਿਰ ਪੈਰਾਂ ਵਾਲੇ ਪਾਸੇ ਖੜ੍ਹ ਕੇ ਉਪਦੇਸ਼ ਲਿਆ। ਉਪਦੇਸ਼ ਇਹਦਾ ਜਾਨ ਸੀ ਦਾ ਉਪਦੇਸ਼ ਦਿੰਦਾ। ਹੁਣ ਉਹ ਸਾਰਾ ਸੀਨ ਚੇਤੇ ਆ ਜਾਂਦਾ। ਮਰਨ ਲੱਗੇ ਬੰਦੇ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੁੰਦਾ। ਕਹਿੰਦਾ ਦੱਸ, ਸੋ ਜਿਹਦਾ ਮੈਨੂੰ ਹੰਕਾਰ ਸੀ, ਮਾਣ ਕਰਦਾ ਸੀਗਾ ਮੈਂ ਜਿਨ੍ਹਾਂ ਚੀਜ਼ਾਂ ਦਾ, ਉਹ ਤਾਂ ਮੇਰੇ ਕੋਲ ਰਿਹਾ ਹੀ ਨਹੀਂ। ਅਤੇ ਖਿਨ ਮਾਤਰ ਦੇ ਵਿੱਚ ਵਿਭੀਖਣ ਦਾ ਹੋ ਗਿਆ ਸੀ ਸਾਰਾ। ਇਹ ਸਾਰਿਆਂ ਦਾ ਹੀ ਹਾਲ ਹੈ। ਜਿਹਨੂੰ ਅਸੀਂ ਆਪਣਾ ਸਮਝਦੇ ਤਾਂ ਵੱਡਿਆਂ ਵੱਡਿਆਂ ਦੀਆਂ ਗੱਲਾਂ ਕੀਤੀਆਂ ਭਾਈ, ਜਿਨ੍ਹਾਂ ਦੇ ਨਾਂ ਨੇ ਇਤਿਹਾਸ ਵਿੱਚ ਲਿਖੇ ਹੋਏ। ਅਤੇ ਹੋਰ ਕਿੰਨੇ ਕੁ ਮਰੇ ਨੇ ਉੱਥੇ। ਜੇ ਰਾਵਣ ਇਕੱਲੇ ਦੀ ਗੱਲ ਕਰ ਦਿੱਤੀ, ਉਹਦੇ ਜਿਹੜੇ ਅਹਿਲਕਾਰ ਹੋਣਗੇ, ਉਹਦੇ ਜਿਹੜੇ ਮੰਤਰੀ ਵਜ਼ੀਰ ਹੋਣਗੇ, ਉਹਨਾਂ ਦੀਆਂ ਮਹਿਲ ਮਾੜੀਆਂ ਕਿਤੇ ਛੋਟੀਆਂ ਹੋਣੀਆਂ, ਉਹਨਾਂ ਨੂੰ ਕਿਨੇ ਸਾਂਭਿਆ। ਫਿਰ ਸਭ ਕੁਛ ਪਰਾਇਆ ਹੋ ਗਿਆ। ਇਸੇ ਤਰ੍ਹਾਂ
ਇਹ ਸਭ ਕੁਝ ਹੀ ਪਰਾਇਆ ਹੋ ਜਾਂਦਾ, ਦੇਹੀ ਨਸ਼ਟ ਹੋ ਜਾਂਦੀ ਹੈ। ਦੇਹੀ ਨਸ਼ਟ ਹੋ ਜਾਂਦੀ ਹੈ। ਜੋ ਮਾਲ ਧਨ ਜੋੜਿਆ ਸੀ ਸਾਰਾ ਪਰਾਇਆ। ਦੁਰਵਾਸਾ ਸਿਉ ਕਰਤ ਠਗਾਰੀ, ਜਦਵ ਇਹ ਫਲ ਪਾਏ। ਦੁਰਵਾਸਾ ਰਿਸ਼ੀ ਬੜੇ ਵੱਡੇ ਮਹਾਨ ਰਿਸ਼ੀ ਹੋਏ ਨੇ। ਦੁਰਵਾਸਾ ਰਿਸ਼ੀ, ਰਾਮਚੰਦਰ ਵੀ ਇਹਨਾਂ ਦਾ ਬੜਾ ਸਤਿਕਾਰ ਕਰਦੇ ਸੀ। ਇੱਕੋ ਹੀ ਸਰੀਰ ਵਿੱਚ ਜਿਨ੍ਹਾਂ ਨੇ 2 ਯੁੱਗ ਕੱਢੇ, ਦੁਆਪਰ ਅਤੇ ਤ੍ਰੇਤਾ, ਇੱਕੋ ਹੀ ਸਰੀਰ ਵਿੱਚ ਇਹਨਾਂ ਨੇ ਕੱਢੇ ਸੀਗੇ। ਇਹ ਤਾਂ ਇਹ ਵੀ ਕਈਆਂ ਨੇ ਲਿਖਿਆ ਵੀ ਰਾਮਚੰਦਰ ਨੂੰ ਲਿਆਉਣੇ ਵਾਲੇ ਵੀ ਧਰਤੀ 'ਤੇ ਦੁਰਵਾਸਾ ਰਿਸ਼ੀ, ਅਤੇ ਇਸ ਧਰਤੀ ਤੋਂ ਭੇਜਣੇ ਵਾਲੇ ਵੀ ਦੁਰਵਾਸਾ ਰਿਸ਼ੀ ਸੀਗੇ। ਵੱਡੇ ਵੱਡੇ ਮਹਾਨ ਰਿਸ਼ੀ। ਕੁੰਤੀ ਨੂੰ ਜੋ ਵਰ ਦਿੱਤਾ ਸੀਗਾ, ਉਹਦੇ ਜਿਹੜੇ 5 ਪੁੱਤਰ ਹੋਏ ਉਹ ਦੇਵਤਿਆਂ ਤੋਂ ਮੰਨੇ ਜਾਂਦੇ ਨੇ, ਅਤੇ ਇਹ ਦੇਵਤਿਆਂ ਦਾ ਮੰਤਰ ਵੀ ਦੁਰਵਾਸਾ ਰਿਸ਼ੀ ਨੇ ਹੀ ਦਿੱਤਾ। ਕਿੱਡਾ ਵੱਡਾ ਮਹਾਨ ਰਿਸ਼ੀ ਹੋਵੇਗਾ ਦੁਰਵਾਸਾ। ਫਿਰ ਕ੍ਰਿਸ਼ਨ ਜੀ ਦਾ ਗੁਰੂ ਵੀ ਹੋਏ ਦੁਰਵਾਸਾ ਰਿਸ਼ੀ ਜੀ। ਕਿੱਡੇ ਮਹਾਨ ਰਿਸ਼ੀ ਸੀ, ਅਤੇ ਉਹਨਾਂ ਦੇ ਨਾਲ ਮਸ਼ਕਰੀ ਕੀਤੀ ਗਈ ਸੀ। ਮਸ਼ਕਰੀ, ਜਦੋਂ ਕ੍ਰਿਸ਼ਨ ਨੇ ਕਿਹਾ ਨਾ ਵੀ ਇਹ ਮੇਰੇ ਗੁਰੂ ਨੇ, ਭਾਈ ਜਦੋਂ ਕਿਤੇ ਮਹਿਲਾਂ 'ਚ ਆਉਂਦੇ ਨੇ ਦੇਖਿਓ ਕਿਤੇ ਇਹਨਾਂ ਦੀ ਅਵੱਗਿਆ ਨਾ ਕਰ ਦਿਓ, ਇਹਨਾਂ ਦੇ ਬਚਨਾਂ ਨੂੰ ਮੰਨਣਾ ਹੈ ਸਾਰਿਆਂ ਨੇ। ਪਰ ਜਿਹੜੇ ਹੁਣ ਯਾਦਵ ਕੁਲ ਦੇ ਬਾਲਕੇ ਸੀਗੇ, ਬੱਚੇ ਸੀਗੇ, ਉਹ ਕਹਿੰਦੇ ਚਲੋ ਪਰਖ ਕੇ ਤਾਂ ਵੇਖੀਏ ਵੀ ਕਿੱਡਾ ਕੁ ਗੁਰੂ ਅੰਤਰਜਾਮੀ ਹੈ। ਸੋ ਇੱਕ ਅਨਦਾੜੀਆ ਬਾਲਕ, ਉਹਦੇ ਔਰਤਾਂ ਵਾਲੇ ਕੱਪੜੇ ਪਵਾ ਦਿੱਤੇ, ਅਤੇ ਉਹਦੇ ਪੇਟ ਨਾਲ ਲੋਹਾਂਡਾ ਉਹ ਬੰਨ੍ਹ ਦਿੱਤਾ, ਲੋਹੇ ਦਾ ਲੋਹਾਂਡਾ। ਅਤੇ ਉਹਦੇ ਕੋਲ ਜਾ ਕੇ ਕਹਿੰਦੇ ਜੀ ਦੱਸੋ ਇਹਨੂੰ ਲੜਕਾ ਹੋਵੇਗਾ ਜਾਂ ਲੜਕੀ, ਗਰਭਵਤੀ ਬਣਾ ਤਾ ਨਾ। ਦੁਰਵਾਸਾ ਜੀ ਨਹੀਂ ਬੋਲੇ। ਦੂਸਰੀ ਵਾਰੀ ਫੇਰ ਉਹ ਜੀ ਦੱਸੋ ਜੀ ਰਿਸ਼ੀ ਜੀ, ਲੜਕਾ ਹੋਵੇਗਾ ਜਾਂ ਲੜਕੀ ਹੋਵੇਗਾ। ਖੁੱਲ੍ਹੇ ਹੋਏ ਸੀ ਨਾ ਉਹ, ਵਿਸ ਕ੍ਰਿਸ਼ਨ ਜੀ ਸਾਡੀ ਕੁੱਲ ਵਿੱਚੋਂ ਆ, ਅਤੇ ਮਨ ਵਿੱਚ ਹੰਕਾਰ ਵੀ ਸੀਗਾ, ਭੈ ਨਹੀਂ ਸੀ ਹੁੰਦਾ। ਹੰਕਾਰ ਫਿਰ ਅਦਬ ਖਤਮ ਕਰ ਦਿੰਦਾ। ਜਦੋਂ ਮਨ ਵਿੱਚ ਹੰਕਾਰ ਆਉਂਦਾ ਹੈ ਨਾ, ਫਿਰ ਵੱਡਿਆਂ ਦਾ ਅਦਬ ਕਿੱਥੇ ਰਹਿ ਜਾਂਦਾ। ਤੀਸਰੀ ਵਾਰੀ ਫਿਰ ਜਦੋਂ ਹਟੇ ਨਹੀਂ ਹੈ ਨਾ, ਫਿਰ ਪੁੱਛਿਆ, ਫਿਰ ਦੁਰਵਾਸਾ ਜੀ ਕਹਿੰਦੇ ਇਹਦੇ ਵਿੱਚ ਉਹ ਪੈਦਾ ਹੋਵੇਗਾ ਜਿਹਦੇ ਨਾਲ ਤੁਹਾਡੀ ਸਾਰੀ ਕੁੱਲ ਨਾਸ਼ ਹੋ ਜਾਵੇਗੀ। ਕ੍ਰਿਸ਼ਨ ਜੀ ਨੂੰ ਪਤਾ ਲੱਗਾ, ਕਹਿੰਦੇ ਇਹ ਕੀ ਕੀਤਾ। ਕਹਿੰਦੇ ਹੋਣੀ ਹੀ ਹੁਣ ਐਸੀ ਸੀ। ਉਹਨਾਂ ਨੂੰ ਕਿਹਾ ਹੁਣ ਲੋਹਾਂਡਾ ਲਾਹ ਕੇ ਦੇਖੋ। ਲੋਹਾਂਡਾ ਨਹੀਂ ਸੀ ਲੱਥਾ। ਫਿਰ ਜਮਨਾ ਦੇ ਕੰਢੇ ਲੈ ਗਏ, ਉੱਥੇ ਲਿਜਾ ਕੇ ਤਾਂ ਉਹਨੂੰ ਖੁਰਚ ਕੇ ਰੇਤੀ ਦੇ ਨਾਲ ਲਾਹਿਆ। ਉਹ ਜਿਹੜਾ ਖੁਰਚਿਆ ਹੋਇਆ ਸੀ ਬੂਰ ਚੂਰ, ਉਹਦੇ ਨਾਲ ਦਿਬ ਉੱਗੀ ਸੀ, ਦਿਬ। ਅਤੇ ਖੁਰਚੇ ਖੀਰ ਵਿੱਚ ਥੋੜ੍ਹਾ ਜਿਹਾ ਪੀਸ ਰਹਿ ਗਿਆ, ਉਹ ਨਹੀਂ ਖੁਰਚਿਆ ਗਿਆ। ਉਹ ਇਸੇ ਤਰ੍ਹਾਂ ਸਮੁੰਦਰ 'ਚ ਕਹਿੰਦੇ ਡਿੱਗ ਜਾਂਦਾ, ਮੱਛੀ ਨਿਕਲਦੀ ਹੈ, ਅਤੇ ਉਸੇ ਮੱਛੀ ਨੂੰ ਉਹ ਫੰਦਕ ਫੜਦਾ, ਅਤੇ ਆਪਣੇ ਤੀਰ ਦੇ ਨੋਕ ਦੇ ਨਾਲ ਮੱਛੀ ਦੇ ਪੇਟ 'ਚ ਲੋਹਾ ਨਿਕਲਿਆ ਸੀ ਉਹ ਲਾਉਂਦਾ, ਅਤੇ ਉਹ ਤੀਰ ਦੇ ਨਾਲ ਕ੍ਰਿਸ਼ਨ ਜੀ ਫਿਰ ਇਸ ਸੰਸਾਰ ਤੋਂ ਕੂਚ ਕਰਦੇ। ਜਦੋਂ ਪੈਰਾਂ ਵਿੱਚ ਤੀਰ ਵੱਜ ਗਿਆ ਸੀ, ਜਿਹੜਾ ਫੰਦਕ ਸੀਗਾ, ਸ਼ਿਕਾਰੀ ਸੀਗਾ, ਅਤੇ ਜਿਹੜੀ ਇਹ ਦਿਬ ਉੱਗੀ ਸੀ, ਇਹ ਯਾਦਵਾਂ ਦੀ ਕੁੱਲ ਵਾਲੇ ਸਾਰੇ ਸ਼ਾਮ ਨੂੰ ਉੱਥੇ ਇਕੱਠੇ ਹੋ ਕੇ ਸ਼ਰਾਬ ਪੀਂਦੇ ਸੀਗੇ, ਲੜ ਪਿਆ ਆਪਸ ਵਿੱਚ। ਬਸ ਉਹ ਦਿਬ ਦੇ ਨਾਲ ਹੀ, ਦਿਬ ਪਟ ਕੇ ਤਾਂ ਇੱਕ ਦੂਜੇ ਦੇ ਨਾਲ ਕਹਿੰਦੇ ਲੜ ਪਿਆ ਸੀ, ਮਾਰਨ ਲੱਗ ਪਿਆ। ਅਤੇ ਦਿਬ ਬੜੀ ਤਿੱਖੀ ਸੀ, ਬਹੁਤ ਤਿੱਖੀ ਕਹਿੰਦੇ ਦਿਬ ਸੀ। ਸੋ ਦਿਬ ਦੇ ਨਾਲ ਉਹਨਾਂ ਦਾ ਖਾਤਮਾ ਹੋਇਆ ਸਾਰਾ। ਸੋ ਇਹ ਸੰਤਨ ਸਿਓ ਮਸ਼ਕਰੀ ਕੁਲ ਡੋਬਨ ਕੀਰੀ। ਦੁਰਵਾਸਾ ਰਿਸ਼ੀ ਦੇ ਨਾਲ ਇਹ ਮਸ਼ਕਰੀ ਕੀਤੀ, ਅਤੇ ਹੋਇਆ ਕੀ, ਕਹਿੰਦੇ ਯਾਦਵ ਇਹ ਫਲ ਪਾਏ। ਯਾਦਵਾਂ ਨੂੰ ਇਹ ਫਲ ਪ੍ਰਾਪਤ ਹੋਇਆ, ਉਹਨਾਂ ਦੀ ਕੁੱਲ ਨਸ਼ਟ ਹੋਈ। ਕ੍ਰਿਸ਼ਨ ਜੀ ਦੀ ਆਪਣੀ ਕੁੱਲ ਤਾਂ ਨਹੀਂ ਹੁਣ, ਹਾਂ ਹੋਰ ਯਾਦਵ ਬਥੇਰੇ ਨੇ, ਪਰ ਕ੍ਰਿਸ਼ਨ ਜੀ ਦੀ ਆਪਣੀ ਕੁੱਲ ਨਹੀਂ ਹੈ। ਉਹ ਦੁਰਵਾਸਾ ਰਿਸ਼ੀ ਜੀ ਨੇ ਸਾਰੇ ਖਤਮ ਕਰ ਦਿੱਤੇ ਸੀਗੇ। ਕਿਰਪਾ ਕਰੀ ਜਨ ਆਪਣੇ ਉਪਰ, ਨਾਮ ਦਿਓ ਹਰ ਗੁਣ ਗਾਏ। ਪਰਮਾਤਮਾ ਪਰਮੇਸ਼ਰ ਜਿਹੜਾ ਆਪਣੇ ਜਨ, ਆਪਣੇ ਪਿਆਰਿਆਂ 'ਤੇ ਕਿਰਪਾ ਕਰਦਾ, ਆਪਣੇ ਭਗਤਾਂ 'ਤੇ ਕਿਰਪਾ ਕਰਦਾ।
ਭਗਤ ਨਾਮਦੇਵ ਜੀ ਕਹਿੰਦੇ ਕਿ ਮੈਂ ਉਹਦਾ ਸੇਵਕ ਬਣਿਆ, ਉਹਦਾ ਦਾਸ ਬਣਿਆ ਕਹਿੰਦੇ, ਅਤੇ ਉਹਦੇ ਕੋਲੋਂ ਉਹਦੇ ਗੁਣ ਗਾਉਣ ਦੀ ਮੰਗ ਮੰਗੀ ਵੀ ਮੈਨੂੰ ਐਸੀ ਬੁੱਧ ਦੇ, ਐਸੀ ਮੱਤ ਦੇ, ਮੈਂ ਤੇਰੇ ਗੁਣ ਗਾਵਾਂ। ਕਿਉਂਕਿ ਮੈਂ ਦੇਖ ਲਿਆ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੂੰ ਰਾਜ ਭਾਗ ਥੋੜ੍ਹੀ ਮੰਗਿਆ, ਰਾਜਿਆਂ ਮਹਾਰਾਜਿਆਂ ਦਾ ਹਾਲ ਦੇਖ ਲਿਆ ਨਾ ਵੀ ਇਹਨਾਂ ਦਾ ਹਾਲ ਕੀ ਹੁੰਦਾ। ਜਿਹੜੇ ਭਗਤ ਜਨ ਹੁੰਦੇ ਨੇ, ਹੁਣ ਧਰੂ ਨੂੰ ਪ੍ਰਹਲਾਦ ਨੂੰ ਸਾਰੇ ਯਾਦ ਕਰਦੇ ਨੇ, ਧਰੂ ਪ੍ਰਹਲਾਦ ਨੂੰ। ਇਹਦਾ ਮਤਲਬ ਜਿਹੜਾ ਭਗਤ ਹੁੰਦਾ, ਭਗਤ ਦੇ ਬਰਾਬਰ ਕੋਈ ਰਾਜਾ ਮਹਾਰਾਜਾ ਨਹੀਂ ਹੋ ਸਕਦਾ। ਅਤੇ ਰਾਜ ਭਾਗ ਕਾਹਨੂੰ ਮੰਗਣਾ, ਉਹਦੇ ਕੋਲੋਂ ਬੰਦਗੀ ਮੰਗੀਏ। ਭਗਤ ਨਾਮਦੇਵ ਜੀ ਕਹਿੰਦੇ ਮੈਂ ਸੇਵਕ ਬਣ ਕੇ ਪਰਮਾਤਮਾ ਪਰਮੇਸ਼ਰ ਪਾਸੋਂ ਬੰਦਗੀ ਮੰਗੀ ਹੈ ਵੀ ਐਸੀ ਮੈਨੂੰ ਮੱਤ ਦੇ ਵੀ ਮੈਂ ਤੇਰੀ ਉਸਤਤੀ ਕਰ ਸਕਾਂ। ਉਹਦੇ ਗੁਣ ਗਾਇਨ ਕਰਨੇ, ਇਸੇ ਨੂੰ ਹੀ ਤਾਂ ਬੰਦਗੀ ਕਿਹਾ ਜਾਂਦਾ ਹੈ। ਗੁਰਬਾਣੀ ਦੀ ਵਿਚਾਰ ਕਰਨੀ, ਗੁਰਬਾਣੀ ਨੂੰ ਪ੍ਰੇਮ ਦੇ ਨਾਲ ਪੜ੍ਹਨਾ ਸੁਣਨਾ ਬੰਦਗੀ ਹੈ। ਆਪਣੇ ਔਗਣਾਂ ਦੀ ਵਿਚਾਰ ਕਰਨੀ, ਗੁਰੂ ਦੇ ਗੁਣਾਂ ਦੀ ਵਿਚਾਰ ਕਰਨੀ। ਜੇ ਅਸੀਂ ਆਪਣੇ ਔਗਣਾਂ ਦੀ ਵਿਚਾਰ ਨਾ ਕਰਾਂਗੇ, ਅਰਦਾਸ ਕਰੇ ਹੀ ਨਹੀਂ ਸਕਦੇ, ਬੇਨਤੀ ਕਰੇ ਨਹੀਂ ਸਕਦੇ। ਬੇਨਤੀ ਤਾਂ ਨਿਮਾਣਾ ਬਣ ਕੇ ਹੁੰਦੀ ਹੈ। ਜੇ ਸਾਨੂੰ ਆਪਣੇ ਔਗਣਾਂ ਦਾ ਪਤਾ ਲੱਗੇਗਾ ਤਾਂ ਨਿਮਾਣੇ ਬਣਾਂਗੇ, ਨਹੀਂ ਤਾਂ ਦਿਖਾਵੇ ਵਾਸਤੇ ਅਰਦਾਸ ਹੁੰਦੀ ਹੈ। ਨਿਮਾਣਾ ਉਦੋਂ ਬਣਦਾ ਜਦੋਂ ਉਹਨੂੰ ਆਪਣੇ ਗੁਨਾਹਾਂ ਦਾ ਪਤਾ ਲੱਗਦਾ, ਆਪਣੇ ਔਗਣਾਂ ਦਾ ਪਤਾ ਲੱਗਦਾ। ਔਗਣਾਂ ਦਾ ਪਤਾ ਲੱਗੇਗਾ ਜਦੋਂ ਅਸੀਂ ਆਪਣੇ ਆਪ ਦੀ ਖੋਜ ਕਰਾਂਗੇ। ਤਦ ਹੀ ਕਹਿ ਦਿੱਤਾ ਭਗਤ ਕਬੀਰ ਨੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਆਪਣੇ ਆਪ ਦੀ ਖੋਜ ਕਰਨ ਦੇ ਨਾਲ ਇੱਕ ਥੋੜ੍ਹੀ, ਅਨੇਕਾਂ ਹੀ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ। ਸੋ ਜਿਹੜਾ ਆਪਣੇ ਆਪ ਦੀ ਖੋਜ ਕਰਕੇ ਪ੍ਰਮਾਤਮਾ ਪਰਮੇਸ਼ਰ ਕੋਲੋਂ ਨਾਮ ਦੀ ਦਾਤ ਮੰਗਦਾ, ਉਹਦੇ ਗੁਣ ਗਾਉਣ ਕਰਨ ਦੀ ਦਾਤ ਮੰਗਦਾ, ਅਤੇ ਰੱਬ ਨੂੰ ਦਿੰਦਾ। ਭਗਤ ਨਾਮਦੇਵ ਜੀ ਕਹਿੰਦੇ ਮੈਨੂੰ ਇਹ ਦਾਤ ਉਸੇ ਨੇ ਹੀ ਦਿੱਤੀ ਹੋਈ ਹੈ। ਭਗਤ ਨਾਮਦੇਵ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਕਿਰਪਾ ਕਰੇ ਇਹ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਆਈਆਂ, ਸ਼ਬਦੂ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹਾਂ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੀ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਕਰਤਾ ਤੇਰੇ ਸਭ ਕੁਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਨ ਸੁਖ ਮਨ ਹੈ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ। ਜਿਸ ਦੀਆਂ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋਂ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ, ਕਾਲਾਂ ਜਿਤ ਕਰ ਧਾਰੀਆਂ। ਪੰਚ ਦੋਥ ਦਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ, ਤੁਰ ਜਿਨ ਕਉ ਸੇ ਨਾਮ। ਹਰ ਕੇ ਲਾਗੇ, ਕਹੈ ਨਾਨਕ ਤੈਸ ਕਹੋਆ। ਤਿਤ ਕਰ ਅਨਹਦ ਵਾਜੇ, ਅਨ ਸੁਣੋ ਵਡ ਭਾਗੀਓ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੋਹਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ। ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ। ਸਤ ਗੁਰ ਰਹਿਆਂ ਭਰਪੂਰੇ, ਬੈਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਧੂਰੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ। ਸਤ ਗੁਰ ਰਹਿਆਂ ਭਰਪੂਰੇ, ਬੈਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
तुम मात पिता हम बारिक तेरे, तुमरी कृपा मैं सुख कंधेरे। तुमरा अंत उचेते, भगवंत सगल समगरी तुमरै सूत्र धारी। होए सो आज्ञाकारी, नानक दास सदा कुर्बान। वाहिगुरु वाहिगुरु जी की ਵਾਹਿਗੁਰੂ। ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਵੇ ਚਲਾਇਓ ਪੰਥ, ਗੁਰੂ ਮਾਨਿਓ ਗ੍ਰੰਥ। ਪ੍ਰਗਟ ਗੁਰਾਂ ਕੀ ਦੇ, ਖੋਜ ਸ਼ਬਦ ਮੈਲੇ। ਆਕੀ ਰਹੇ ਨ ਕੋਏ, ਬਚੇ ਸ਼ਰਨ ਜੋ ਹੋਏ। ਚੜੇ ਸੋਤਰੇ ਪਾਰ, ਗੁਰ ਪਾਰ ਉਤਾਰਨਹਾਰ। ਕਲਗੀ ਸੋ ਹੈ ਸੀਸ, ਗੁਰ ਕਲਗੀ ਧਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਸੋ ਕਉ ਟਲ ਗੁਰ ਸੇਵੀਆ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ।
ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਾਨਕ ਸਨੰਦ ਮਹੇਸ਼ ਸਮਾਨਾ। ਸ਼ੇਖ ਨਾਗ ਤੇਰੋ ਮਰਮ ਨ ਜਾਨਾ। ਸਾਨਕ ਸਨੰਦ ਮਹੇਸ਼ ਸਮਾਨਾ। ਸ਼ੇਖ ਨਾਗ ਤੇਰੋ ਮਰਮ ਨ ਜਾਨਾ। ਸੰਤ ਸੰਗਤ ਰਾਮ ਹਿਰਦੈ ਬਸਾਈ ਰਹਾਉ। ਹਨੂਮਾਨ ਸਰ ਗਰੁੜ ਸਮਾਨਾ। ਸੁਰ ਪਤ ਨਰ ਪਤ ਨਹੀਂ ਗੁਣ ਜਾਨਾ। ਚਾਰ ਵੇਦ ਅਰ ਸਿਮਰਤ ਪੁਰਾਨਾ। ਕਮਲਾ ਪਤ ਕਬਲਾ ਨਹੀਂ ਜਾਨਾ। ਕਹਿ ਕਬੀਰੋ ਸੋ ਭਰਮੈ ਨਾਹੀ। ਪਗ ਲਗ ਰਾਮ ਰਹਿ ਸਰਨਾਹੀ। ਕਹਿ ਕਬੀਰੋ ਸੋ ਭਰਮੈ ਨਾਹੀ। ਪਗ ਲਗ ਰਾਮ ਰਹਿ ਸਰਨਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।